ਤੁਸੀਂ ਦੇਖ ਰਹੇ ਹੋ ਬਿਨਿੰਗ ਪੰਜਾਬ ਤੇ ਮੈਂ ਹਾਂ ਇਮਰਾਨ ਮਲਿਕ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅਹਿਮ ਤੇ ਵੱਡੀਆਂ ਖਬਰਾਂ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਕਿ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਚੁੱਕਿਆ ਹੈ। ਕੌਣ ਆ ਉਹ ਪ੍ਰਧਾਨ, ਕਿਸ ਦੇ ਨਾਮ ਦੇ ਉੱਤੇ ਮੋਹਰ ਲੱਗੀ ਹੈ, ਇਸ ਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਚਰਚਾ ਕਰਾਂਗੇ ਜਿਹੜਾ ਅਮਿਤ ਸ਼ਾਹ ਦੇ ਵੱਲੋਂ ਬੀਤੇ ਦਿਨ ਇੱਕ ਵੱਡਾ ਐਲਾਨ ਕੀਤਾ ਸੀ। ਉਸ ਐਲਾਨ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਵੱਡੇ ਬਾਹਰ ਪਲਟਵਾਰ ਕੀਤੇ ਜਾ ਰਹੇ ਨੇ। ਕੀ ਆ ਉਹ ਬਿਆਨ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਦੇ ਵੱਲੋਂ ਅਚਾਨਕ ਇੱਕ ਵੱਡੀ ਮੀਟਿੰਗ ਸੱਦ ਲਈ ਗਈ ਆ ਵਿਧਾਇਕਾਂ ਦੀ। ਉਸ ਮੀਟਿੰਗ ਦੇ ਵਿੱਚ ਕੀ ਹੋਵੇਗਾ, ਕੀ ਗੱਲਬਾਤ ਹੋਵੇਗੀ, ਕੀ ਵੱਡੇ ਐਲਾਨ ਹੋ ਸਕਦੇ ਨੇ ਜਾਂ ਫਿਰ ਤੋਂ ਕੋਈ ਵਿਧਾਇਕਾਂ ਨੂੰ ਵੱਡੀ ਚੇਤਾਵਨੀ ਦਿੱਤੀ ਜਾ ਸਕਦੀ ਆ। ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਨਾਲ ਹੋਰ ਵੀ ਵੱਡੀਆਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ। ਗੱਲਬਾਤ ਕਰਾਂਗੇ ਕਿ ਡੇਰਾ ਸੱਚਾ ਸੌਦਾ ਨੂੰ ਮੁਖੀ ਹੁਣ ਨਵਾਂ ਮਿਲ ਸਕਦਾ, ਕਿਸ ਦੇ ਨਾਮ ਦੇ ਉੱਤੇ ਚਰਚਾ ਚੱਲ ਰਹੀ ਆ, ਕੌਣ ਹੋ ਸਕਦਾ ਡੇਰੇ ਦਾ ਨਵਾਂ ਮੁਖੀ। ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਅਣਖੀ ਸਾਹਿਬ, ਸਵਾਗਤ ਹੈ ਜੀ। बहुत बहुत शुक्रिया इमरान जी। ਅਣਖੀ ਸਾਹਿਬ, ਤਾਂ ਗੱਲਬਾਤ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਵੱਲੋਂ ਅੱਜ ਇੱਕ ਵਿਧਾਇਕਾਂ ਦੀ ਵੱਡੀ ਮੀਟਿੰਗ ਸੱਦੀ ਗਈ ਆ। ਕੀ ਹੋ ਸਕਦਾ ਖਾਸ ਉਸ ਮੀਟਿੰਗ ਦੇ ਵਿੱਚ, ਕਿਉਂਕਿ ਪਹਿਲਾਂ ਜਦੋਂ ਮੀਟਿੰਗ ਹੋਈ ਆ ਤਾਂ ਵੱਡੇ ਐਕਸ਼ਨ ਵੀ ਲਏ ਜਾਂਦੇ ਨੇ, ਚੇਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਨੇ। 10-11 ਦਿਨ ਹੋ ਗਏ ਮੁੱਖ ਮੰਤਰੀ ਬਣੇ, ਤਾਂ ਹੁਣ ਮੁੱਖ ਮੰਤਰੀ ਦੇ 10-11 ਦਿਨ ਦੇ ਬਾਅਦ ਇੱਕ ਹੋਰ ਮੀਟਿੰਗ ਜਿਹੜੀ ਸੱਦ ਲਈ ਗਈ ਆ। ਕਿਵੇਂ ਦੇਖਦੇ ਹੋ ਉਸ ਮੀਟਿੰਗ ਨੂੰ, ਕੀ ਕੁਝ ਖਾਸ ਰਹਿ ਸਕਦਾ? अमरान, इस तरह है कि ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਔਰ ਖਾਸ ਤੌਰ ਤੇ ਜਦੋਂ ਦਾ ਮੰਤਰੀ ਮੰਡਲ ਬਣਿਆ, ਉਦੋਂ ਤੋਂ ਲੈ ਕੇ ਕੁਝ ਮੰਤਰੀ ਵਿਧਾਇਕ ਜਿਹੜੇ ਨੇ ਇਸ ਗੱਲੋਂ ਨਾਰਾਜ਼ ਨੇ ਕਿ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਜਿਹੜਾ ਸਥਾਨ ਹੈ ਉਹ ਨਹੀਂ ਮਿਲਿਆ। ਉਹ ਆਪਣਾ ਗੁੱਸਾ ਸਪਸ਼ਟ ਤੌਰ ਤੇ ਕੱਢ ਤਾਂ ਨਹੀਂ ਰਹੇ, ਪਰ ਕਿਸੇ ਤਰੀਕੇ ਨਾਲ ਜਿਹੜੀਆਂ ਉਹ ਪੋਸਟਾਂ ਪਾਉਂਦੇ ਨੇ, ਚਾਹੇ WhatsApp Facebook ਤੇ ਹੁਣ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਆਪਣਾ ਗੁੱਸਾ ਇੱਕ ਕਿਸਮ ਦਾ ਜ਼ਾਹਿਰ ਜਿਹੜਾ ਉਹ ਕਰ ਰਹੇ ਨੇ। ਇੱਕ ਤਾਂ ਇਹ ਹੋ ਸਕਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਵੱਲੋਂ ਸਪੈਸ਼ਲ ਤੌਰ ਤੇ ਇਹਨਾਂ ਵਿਧਾਇਕਾਂ ਨੂੰ ਜਾਬਤੇ ਵਿੱਚ ਰਹਿਣ ਦੀ ਨਿਰਦੇਸ਼ ਜਿਹੜੇ ਆ ਉਹ ਦਿੱਤੇ ਜਾਣ, ਕਿਉਂਕਿ ਜਾਬਤਾ ਜਿਹੜਾ ਹੈ ਕਿਸੇ ਵੀ ਪਾਰਟੀ ਵਾਸਤੇ ਬਹੁਤ ਜ਼ਰੂਰੀ ਹੈ। 2-3 ਦਿਨ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਕਾਫੀ ਚਰਚਾ ਦੇ ਵਿੱਚ ਨੇ, ਹਾਲਾਂਕਿ ਆਪਣੀ ਕਾਰਕਰਦਗੀ ਕਰਕੇ ਨਹੀਂ, ਕੇਵਲ ਆਪਣੀਆਂ ਪੋਸਟਾਂ ਕਰਕੇ। ਹੋਰ ਕਿਸੇ ਵਿਧਾਇਕ ਨੇ ਅਜੇ ਤੱਕ ਮੇਰਾ ਨਹੀਂ ਖਿਆਲ ਇਹੋ ਜਿਹੀ ਕੋਈ ਪੋਸਟ ਜਿਹੜੀ ਆ ਉਹ ਪਾਈ ਹੋਵੇ। ਖੈਰ, ਇਸ ਤੋਂ ਇਲਾਵਾ ਇਹ ਵਿਧਾਇਕਾਂ ਨੂੰ ਇਸ ਮੀਟਿੰਗ ਦੇ ਵਿੱਚ ਇਹ ਵੀ ਨਿਰਦੇਸ਼ ਦਿੱਤੇ ਜਾ ਸਕਦੇ ਨੇ ਕਿ ਸਰਕਾਰ ਜਿਸ ਤਰੀਕੇ ਨਾਲ ਕੰਮ ਕਰਦੀ ਪਈ ਤੇ ਵਿਰੋਧੀ ਪਾਰਟੀਆਂ ਕਾਹੇ ਬਗਾਹੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਆਮ ਆਦਮੀ ਪਾਰਟੀ ਨੂੰ। ਤੇ ਸੋ ਇਹਨਾਂ ਵਿਰੋਧੀ ਪਾਰਟੀਆਂ ਦਾ ਜਵਾਬ ਦੇਣ ਵਾਸਤੇ ਕੋਈ ਰਣਨੀਤੀ ਜਿਹੜੀ ਆ ਇਸ ਮੀਟਿੰਗ ਦੇ ਵਿੱਚ ਉਲੀਕੀ ਜਾ ਸਕਦੀ ਆ। ਔਰ ਪੰਜਾਬ ਦਾ ਰੋਡ ਮੈਪ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਆਉਂਦਿਆਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਸੰਤੁਲਿਤ ਸਰਕਾਰ ਦੇ ਰੂਪ ਪੇਸ਼ ਕਰਨਾ, ਉਹ ਤਾਂ ਹੀ ਜ਼ਰੂਰੀ, ਉਹ ਤਾਂ ਹੀ ਠੀਕ ਹੋਵੇਗਾ ਜੇਕਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੋਣ ਜਾਬਤੇ ਦੇ ਵਿੱਚ ਰਹਿਣ ਔਰ ਜਾਬਤੇ ਵਿੱਚ ਰਹਿ ਕੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੰਮ ਕਰਨ। ਸੋ ਇਸ ਸੰਦਰਭ ਦੇ ਵਿੱਚ ਇਹ ਮੀਟਿੰਗ ਨੂੰ ਆਪਾਂ ਵੇਖ ਸਕਦੇ ਹਾਂ। ਬਾਕੀ ਜਿਹੜੇ ਅਸਲ ਤੱਥ ਨੇ ਉਹ ਤਾਂ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆਉਣਗੇ। ਬਾਕੀ ਅਜੇ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਕੰਮ ਸਾਨੂੰ ਮੱਚਿਆ ਨਹੀਂ ਹੈ ਕਿ ਜਿਹਨੂੰ ਲੈ ਕੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਹਾਈਕਮਾਨ ਕਿਸੇ ਗੱਲ ਤੇ ਛੱਛੋ ਪੰਚ ਦੇ ਵਿੱਚ ਹੋਵੇ। ਇਹ ਇੱਕ ਸਧਾਰਨ ਰੂਟੀਨ ਮੀਟਿੰਗ ਵੀ ਕਹੀ ਜਾ ਸਕਦੀ ਹੈ, ਪਰ ਇਹਦੇ ਵਿੱਚ ਜਾਬਤੇ ਦਾ ਮੁੱਦਾ ਜ਼ਰੂਰ ਉੱਠ ਸਕਦਾ ਜੀ। ਇਹ ਵੀ ਚਰਚਾ ਹੋ ਸਕਦੀ ਹੈ ਅਣਖੀ ਸਾਹਿਬ ਇਸ ਦੇ ਵਿੱਚ, ਕਿਉਂਕਿ ਮੰਤਰੀ ਬਣਾਏ ਜਾਣ ਨੂੰ ਹਲੇ ਬਾਕੀ ਨੇ, ਕਿਉਂਕਿ ਪਹਿਲਾਂ 10 ਬਣਾਏ ਗਏ ਨੇ ਸੀ, ਹੁਣ ਉਹ ਵੀ ਚਰਚਾਵਾਂ ਨੇ ਨਾਮਾਂ ਦੇ ਉੱਤੇ। ਤਾਂ ਇਸ ਦੇ ਵਿੱਚ ਇਹ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਜਿਵੇਂ ਵਾਦ ਵਿਵਾਦਾਂ ਦੇ ਵਿੱਚ ਨਾ ਪਵੇ ਆਮ ਆਦਮੀ ਪਾਰਟੀ, ਕਿਉਂਕਿ ਖਮਿਆਜਾ ਕਾਂਗਰਸ ਨੂੰ ਇਸ ਦਾ ਭੁਗਤਣਾ ਪਿਆ ਕਲੇਸ਼ ਨੂੰ। ਤਾਂ ਇਹ ਵੀ ਹੋ ਸਕਦਾ, ਸਖਤੀ ਦੇ ਨਾਲ ਕਿਹਾ ਜਾ ਸਕਦਾ ਕਿ ਭਾਈ ਅਰਵਿੰਦ ਕੇਜਰੀਵਾਲ ਦੇਖਣਗੇ ਜਾਂ ਫਿਰ ਅਸੀਂ ਮਿਲ ਕੇ ਦੇਖਾਂਗੇ। ਕਿ ਜਿਵੇਂ ਭਗਵੰਤ ਮਾਨ ਨੇ ਪਹਿਲੇ ਦਿਨ ਕਹਿ ਦਿੱਤਾ ਗਿਆ ਸੀ ਕਿ ਜੇਕਰ 92 ਦੇ ਵਿੱਚੋਂ, ਕਿਉਂਕਿ ਮੈਂ ਬਣਾਉਣੇ 17 ਨੇ, ਤਾਂ ਜੇਕਰ ਕੋਈ ਮੰਤਰੀ ਨਹੀਂ ਬਣਦਾ ਤਾਂ ਉਹ ਗੁੱਸਾ ਨਾ ਕਰਨ, ਮੇਰੇ ਲਈ ਸਾਰੇ ਮੰਤਰੀ ਨੇ। ਜਿਵੇਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਬੱਚਾ ਮੁੱਖ ਮੰਤਰੀ ਹੈ, ਉਸੇ ਤਰ੍ਹਾਂ ਮੰਤਰੀਆਂ MLA ਨੂੰ ਵੀ ਪਹਿਲੇ ਦਿਨ ਹੀ ਕਹਿ ਦਿੱਤਾ ਗਿਆ ਸੀ ਸਾਰੇ ਮੰਤਰੀ ਨੇ। ਇਸੇ ਗੱਲ ਨੂੰ ਲੈ ਕੇ ਵੀ ਚਰਚਾ ਹੋਵੇਗੀ।
ਸੋ ਨਹੀਂ, ਉਹ ਤਾਂ ਹੈ ਹੀ ਆ। ਮੰਤਰੀ ਮੰਡਲ ਨੂੰ ਲੈ ਕੇ ਇਹ ਜਿਹੜੇ ਦੋ ਚਾਰ ਖਾਸ ਤੌਰ ਤੇ ਅਮਨ ਅਰੋੜਾ ਹੋਇਆ, ਬਲਜਿੰਦਰ ਕੌਰ ਹੋਈ, ਇਹੋ ਹੀ ਇੱਕ ਦੋ ਬੰਦੇ ਜ਼ਿਆਦਾ ਨਾਰਾਜ਼ਤਾ ਦੇ ਆਲਮ ਚ ਨੇ। ਤੇ ਜੇਕਰ ਹਾਈਕਮਾਨ ਇਹਨਾਂ ਦੇ ਅੱਗੇ ਝੁਕ ਗਈ ਤੇ ਕੱਲ ਨੂੰ ਉਹੀ ਬੰਦੇ ਜਿਹੜੇ ਨੇ ਪਾਰਟੀ ਵਾਸਤੇ ਖਤਰਨਾਕ ਸਥਿਤੀ ਪੈਦਾ ਕਰ ਸਕਦੇ ਨੇ। ਹੁਣ ਜਿਹੋ ਜਿਹੀਆਂ ਸਥਿਤੀਆਂ ਬਣ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ, ਖਾਸ ਤੌਰ ਤੇ ਇਹਨਾਂ ਦੋ ਨੂੰ ਲੈ ਕੇ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਪਾਰਟੀ ਨੂੰ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਹੀ ਬਣਾਵੇ, ਜਾਂ ਸਰਬਜੀਤ ਸਿੰਘ ਮਾਨੂੰ ਸਰਬਜੀਤ ਕੌਰ ਮਾਨੂੰ ਕੇ, ਜਾਂ ਇਹੋ ਜਿਹੇ ਜਿਹੜੇ ਵਿਧਾਇਕ ਜਾਂ ਵਿਧਾਇਕ ਹਨ। ਮੇਰਾ ਨਹੀਂ ਖਿਆਲ ਕਿ ਹੁਣ ਪਾਰਟੀ ਜਿਹੜੀ ਇਹਨਾਂ ਦਾ ਮਗਰ ਸਪਸ਼ਟ ਸਟੈਂਡ ਲਏਗੀ। ਮੈਂ ਉਸ ਕੇਜਰੀਵਾਲ ਨੂੰ ਜਾਣਦਾ ਕਿ ਉਹਨੇ ਅਖੀਰ ਦੇ ਦਮ ਤੱਕ ਵੀ ਪੱਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਨਹੀਂ ਸਨ ਖੋਲੇ। ਉਹਨੇ ਈਵਨ ਕਿ ਭਗਵੰਤ ਮਾਨ ਨੂੰ ਵੀ ਕਹਿਤਾ ਸੀ ਕਿ ਮੇਰੇ ਕੋਲ ਕੋਈ ਅਹੁਦਾ ਮੰਗਣ ਨਾ ਆਵੇ, ਅਹੁਦਾ ਜਿਹੜਾ ਕੰਮ ਦੇ ਆਧਾਰ ਤੇ ਦਿੱਤਾ ਜਾਏਗਾ। ਸੋ ਜੇਕਰ ਹੁਣ ਤੱਕ ਦੀ ਕਾਰਜਸ਼ੈਲੀ ਅਰਵਿੰਦ ਕੇਜਰੀਵਾਲ ਦੀ ਵੇਖੀ ਤਾਂ ਮੇਰਾ ਨਹੀਂ ਖਿਆਲ ਕਿ ਉਹ ਆਪਣੇ ਇਹਨਾਂ ਵਿਧਾਇਕਾਂ ਦੇ ਅੱਗੇ ਕਿਸੇ ਕਿਸਮ ਦਾ ਝੁਕ ਕੇ ਕੋਈ ਫੈਸਲਾ ਕਰੇਗਾ। ਇਹ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਭਗਵੰਤ ਮਾਨ ਠੀਕ ਆ, ਭਗਵੰਤ ਮਾਨ ਨੇ ਪੰਜਾਬ ਦੀ ਸਰਕਾਰ ਜਿਹੜੀ ਚਲਾਉਣੀ ਆ, ਵਾਕਈ 92 ਵਿਧਾਇਕ ਨੇ ਤੇ 92 ਦੇ 92 ਤਾਂ ਬਣਨੇ ਜਾਣੇ, ਬਣਨੇ ਤਾਂ ਸਿਰਫ 17 ਨੇ। ਉਹ ਕਿਹੜੇ ਆਧਾਰ ਤੇ ਬਣਾਉਣੇ ਨੇ, ਕਿਸ ਆਧਾਰ ਤੇ ਬਣਨੇ ਨੇ, ਇਹ ਪਾਰਟੀ ਦਾ ਆਪਣਾ ਆਧਾਰ। ਸੋ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਇਹ ਸਾਰੇ ਤੱਥ ਜਿਹੜੇ ਨੇ ਉਹ ਸਪਸ਼ਟ ਹੋ ਜਾਣਗੇ ਜੀ। ਬਿਲਕੁਲ ਬਿਲਕੁਲ ਅੰਕਿਤ ਸਾਹਿਬ, ਕਾਂਗਰਸ ਦੀ ਗੱਲ ਕਰੀਏ ਤਾਂ ਲਗਾਤਾਰ ਮੀਟਿੰਗਾਂ ਵੱਡੇ ਪੱਧਰ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਕਰਾਰੀ ਹਾਰ ਤੋਂ ਬਾਅਦ ਇੱਕ ਤਾਂ ਮੰਥਨ ਇਹ ਕੀਤੇ ਜਾ ਰਹੇ ਨੇ ਕਿ ਆਖਰ ਹਾਰ ਦੇ ਪਿੱਛੇ ਕਾਰਨ ਕੀ ਆ। ਹਾਲਾਂਕਿ ਇਸ ਦੇ ਵਿੱਚ ਇਲਜ਼ਾਮ ਤਰਾਸ਼ੀਆਂ ਵੀ ਸ਼ੁਰੂ ਹੋ ਗਈਆਂ, ਪਰ ਪ੍ਰਧਾਨਗੀ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ, ਵਿਰੋਧੀ ਧਿਰ ਦੇ ਨੇਤਾ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਕਿ ਕਾਂਗਰਸ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਕੌਣ ਹੋਵੇਗਾ, ਕਾਂਗਰਸ ਪ੍ਰਧਾਨ ਕੌਣ ਹੋਵੇਗਾ। ਖਾਸ ਕਰਕੇ ਪੰਜਾਬ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ। ਪਰ ਹੁਣ ਕਾਂਗਰਸ ਨੇ, ਹਾਈਕਮਾਨ ਨੇ ਪ੍ਰਧਾਨ ਐਲਾਨ ਦਿੱਤਾ ਗਿਆ, ਪੰਜਾਬ ਦੇ ਵਿੱਚ ਨਹੀਂ ਬਲਕਿ ਗੁਜਰਾਤ ਦੀ ਗੱਲ ਅਸੀਂ ਕਰ ਰਹੇ ਹਾਂ। ਗੁਜਰਾਤ ਦੇ ਵਿੱਚ ਮਿਸਟਰ ਜੈਨੀ ਨੂੰ ਜਿਹੜਾ ਆ ਪ੍ਰਧਾਨ ਲਗਾ ਦਿੱਤਾ ਗਿਆ। ਤਾਂ ਹੁਣ ਇਹ ਕਿਆਸਰਾਈਆਂ ਵੱਧ ਜਾਂਦੀਆਂ ਨੇ ਕਿ ਗੁਜਰਾਤ ਦੇ ਵਿੱਚ ਐਲਾਨ ਦਿੱਤਾ ਗਿਆ, ਨਵਾਂ ਪ੍ਰਧਾਨ ਮਿਲ ਗਿਆ, ਤਾਂ ਹੁਣ ਪੰਜਾਬ ਦੇ ਵਿੱਚ ਜਲਦ ਹੀ ਪ੍ਰਧਾਨ ਮਿਲ ਜਾਵੇਗਾ। ਪਰ ਦੇਖੋ, ਕੁਦਰਤੀ ਤੌਰ ਤੇ ਇਹ ਤਾਂ ਹੈ ਹੀ, ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਆਪਣੀ ਹਾਰ ਤੋਂ ਉੱਠ ਨਹੀਂ ਗਈ, ਔਰ ਉਸਦੇ ਉੱਠਣ ਦਾ ਨਾ ਕਾਰਨ ਇਹ ਹੈ ਕਿ ਇੱਕ 5 ਰਾਜਾਂ ਦੇ ਵਿੱਚ ਇਹੀ ਹਾਰ ਹੋਈ ਆ ਕਿ ਜਿਹਦਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਹਾਰ ਹੋ ਸਕਦੀ ਹੈ। ਇਸੇ ਕਰਕੇ 5 ਰਾਜਾਂ ਦੇ ਜਿਹੜੇ ਕਾਂਗਰਸ ਪ੍ਰਧਾਨ ਸਾਹਿਬ, ਉਹਨਾਂ ਕੋਲ ਅਸਤੀਫਾ ਲੈ ਲਿਆ ਗਿਆ। ਅਸਤੀਫਾ ਲੈਣ ਉਪਰੰਤ ਮੀਟਿੰਗਾਂ ਦਾ ਸਿਲਸਿਲਾ ਕਾਂਗਰਸ ਹਾਈਕਮਾਨ ਵੱਲੋਂ ਦਿੱਲੀ 'ਚ ਜਾਰੀ ਹੈ, ਔਰ ਇਸੇ ਸੰਬੰਧ ਵਿੱਚ ਕੁਝ ਰਾਜਾਂ ਦੇ ਜਿਹੜੇ ਪ੍ਰਧਾਨ ਆ ਉਹ ਬਦਲ ਦਿੱਤੇ ਗਏ ਆ। ਗੁਜਰਾਤ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਵਾਂ ਪ੍ਰਧਾਨ ਲਾ ਦਿੱਤਾ ਗਿਆ, ਪਰ ਲੋਕਾਂ ਦੀ ਨਜ਼ਰਾਂ ਜਿਹੜੀਆਂ ਪੰਜਾਬ ਵੱਲ ਨੇ, ਕਿਉਂਕਿ ਪੰਜਾਬ 'ਚ ਨਵਜੋਤ ਸਿੱਧੂ ਕਾਂਗਰਸ ਦੀ ਪਹਿਲੀ ਪਸੰਦ ਸੀ, ਉਹਨੂੰ ਪ੍ਰਧਾਨ ਬਣਾਇਆ, ਪਰ ਨਵਜੋਤ ਸਿੱਧੂ ਇੱਕ ਚੱਲਿਆ ਕਾਰਤੂਸ ਸਾਬਤ ਹੋਇਆ। ਕਾਂਗਰਸ ਦੇ ਉਹਨਾਂ ਸੁਪਨਿਆਂ ਨੂੰ ਉਹ ਪੂਰਾ ਨਹੀਂ ਕਰ ਸਕਿਆ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਨਵਜੋਤ ਸਿੱਧੂ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਦੀ ਵਾਗਡੋਰ ਜਿਹੜੀ ਸੌਂਪੀ ਸੀ। ਨਵਜੋਤ ਸਿੱਧੂ ਅਖੀਰ ਤੇ ਪਤਾ ਨਹੀਂ ਬਹੁਤ ਸਿਆਣੇ ਲੀਡਰ ਨੇ, ਪਰ ਅਖੀਰ ਦੇ ਸਮੇਂ ਦੇ ਵਿੱਚ ਜਾਂ ਅਖੀਰ ਦੇ ਦੌਰ 'ਚ ਇੱਕ ਕੰਪਲੈਕਸ ਜਿਹੜਾ ਹੁੰਦਾ, ਸੁਪਰ ਕੰਪਲੈਕਸ ਕੇਵਲ ਉਹੀ ਠੀਕ ਨੇ, ਤੇ ਸਾਰੀ ਪੋਲਿਟਿਕਸ ਨਵਜੋਤ ਸਿੱਧੂ ਨੇ ਬਿਕਰਮ ਮਜੀਠੀਆ ਦੇ ਆਲੇ ਦੁਆਲੇ ਹੀ ਕਮਾ ਦਿੱਤੀ। ਜਦੋਂ ਕਿ ਪੰਜਾਬ ਦੇ ਅਸਲੀ ਮੁੱਦੇ, ਪੰਜਾਬ ਦੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਨ, ਉਹ ਗੱਲਾਂ ਸਾਰੀਆਂ ਵੀ ਇੱਕ ਪਾਸੇ ਹੋ ਗਈਆਂ। ਨਵਜੋਤ ਸਿੱਧੂ ਜਦੋਂ ਵੀ ਸਟੇਜ ਤੇ ਗੱਲ ਕਰਦੇ, ਪੰਜਾਬ ਉਹਨਾਂ ਦਾ ਇੱਕ ਬਣਾਇਆ ਪੰਜਾਬ ਮਾਡਲ, ਤੇ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ। ਸਿਰਫ ਇਹਨਾਂ ਦੋ ਮੁੱਦਿਆਂ ਦੇ ਆਲੇ ਦੁਆਲੇ ਜਿਹੜੀ ਪੰਜਾਬ ਦੀ ਚੋਣ ਮੁਹਿੰਮ ਸੀ ਕਾਂਗਰਸ ਦੀ, ਉਹ ਘੁੰਮ ਕੇ ਰਹੀ। ਸਿੱਟਾ ਕੀ ਨਿਕਲਿਆ? ਸਿੱਟਾ ਸਾਰਾ ਕੁਝ ਉਹ ਖਤਮ ਹੋ ਗਿਆ। ਤਾਂ ਕੁਦਰਤੀ ਤੌਰ ਤੇ ਨਵਜੋਤ ਸਿੱਧੂ ਦੀ ਇੱਕ ਨਮੋਸ਼ੀਜਨਕ ਹਾਰ ਜਿਹੜੀ ਆਪਾਂ ਕਹਿ ਸਕਦੇ ਕਾਂਗਰਸ ਦੀ ਤਾਕਤ, ਕਾਂਗਰਸ ਦੀ ਨਮੋਸ਼ੀਜਨਕ ਹਾਰ ਹੋਈ। ਹੁਣ ਬੇਸ਼ੱਕ ਜਿਹੜਾ ਉਹਦਾ ਠੀਕਰਾ ਹੈ ਨਵਜੋਤ ਸਿੱਧੂ ਮੁੱਖ ਮੰਤਰੀ ਚੰਨੀ ਦੇ ਸਿਰ ਤੇ ਭੱਜਦਾ, ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਸੀ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਲੜੀਆਂ ਬਤੌਰ ਮੁੱਖ ਮੰਤਰੀ ਕੀ ਉਹ ਹੋਣਗੇ। ਤੇ ਚਰਨਜੀਤ ਸਿੰਘ ਚੰਨੀ ਦਾ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਗ੍ਰਾਫ ਥੱਲੇ ਡਿੱਗਾ ਹੈ। ਪਰ ਦੂਜੇ ਪਾਸੇ ਇਸ ਗੱਲ ਦੇ ਵੀ ਬਾਵਜੂਦ ਕਿ ਬੇਸ਼ੱਕ ਚੰਨੀ ਦੇ ਨਾਂ ਤੇ ਲੜੀ ਗਈਆਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਉਸ ਵੇਲੇ ਨਵਜੋਤ ਸਿੰਘ ਸਿੱਧੂ ਸਨ, ਤਾਂ ਉਹ ਕਿਸੇ ਵੀ ਵਕਤ ਤੋਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਕਿ ਹਾਂ ਵੀ ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਇਹ ਤਾਂ ਫਿਰ ਉਹੋ ਜਿਹੀ ਗੱਲ ਹੁੰਦੀ ਕਿ ਠੀਕ ਹੈ, ਜੇ ਮੈਂ ਜਿੱਤ ਜਾਂਦਾ ਠੀਕ ਹੈ, ਨਹੀਂ ਉਹ ਸੀ। ਸੋ ਅਜਿਹੀਆਂ ਗੱਲਾਂ ਇਹ ਨਵਜੋਤ ਸਿੰਘ ਸਿੱਧੂ ਨੂੰ ਵੀ ਪਹਿਲਾਂ ਪਤਾ ਲੱਗ ਚੁੱਕਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਹਾਲਤ ਪਤਲੀ ਹੈ, ਕਾਂਗਰਸ ਹਾਰ ਸਕਦੀ ਹੈ। ਸ਼ਾਇਦ ਇਸੇ ਹੀ ਕਾਰਨ ਉਹਨਾਂ ਨੇ ਪਹਿਲੇ ਦਿਨ ਤੋਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ, ਜ਼ਿੰਮੇਵਾਰੀ ਉਸ ਵਿਅਕਤੀ ਦੀ ਆ ਜਿਹੜਾ ਮੁੱਖ ਮੰਤਰੀ ਦੇ ਉਮੀਦਵਾਰ ਦੇ ਰੂਪ ਚ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਾਂਗਰਸ ਹਾਈਕਮਾਨ ਨੋਟ ਕਰ ਰਹੀ ਸੀ, ਨਜ਼ਰ ਸੀ ਉਹਦੇ ਜਿਹੜੇ ਇੰਚਾਰਜ ਨੇ ਜਾਂ ਹੋਰ ਚੋਣ ਮੁਹਿੰਮ ਜਿਹੜੇ ਅਬਜ਼ਰਵਰ ਸੀ ਜਿਹੜੇ ਲਾਏ, ਉਹ ਪਲ ਪਲ ਦੀ ਰਿਪੋਰਟ ਦੇ ਰਹੇ ਸੀ, ਤਾਂ ਅਖੀਰ ਨਵਜੋਤ ਸਿੱਧੂ ਨੂੰ ਅਸਤੀਫਾ ਦੇਣਾ ਪਿਆ। ਹੁਣ ਇਸ ਅਸਤੀਫਾ ਦੇਣ ਤੋਂ ਬਾਅਦ ਹੁਣ ਨਵੀਂ ਪ੍ਰਧਾਨ ਦੀ ਤਲਾਸ਼ ਆ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ। ਉਹਦੇ ਵਿੱਚ ਸੁਨੀਲ ਜਾਖੜ ਦਾ ਨਾਮ ਹੀ ਹੈ। ਦੂਜੇ ਪਾਸੇ
ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਨਾਂ ਹੈ। ਕਾਂਗਰਸ ਪਾਰਟੀ ਜਿਹੜੀ ਹਾਈਕਮਾਂਡ ਆਪਣੇ ਪੱਧਰ ਤੇ ਨਵੇਂ ਪ੍ਰਯੋਗ ਕਰਦੀ, ਕਦੇ ਹਿੰਦੂ ਚਿਹਰਾ ਲੈ ਆਓ, ਕਦੇ ਕੋਈ ਲੈ ਆਓ, ਕਦੇ ਕੋਈ ਲੈ ਆਓ, ਕਦੇ ਦਲਿਤ ਲੈ ਆਓ। ਪੰਜਾਬ ਦੇ ਵਿੱਚ ਇਹੋ ਜਿਹੀ ਮੇਰਾ ਨਹੀਂ ਖਿਆਲ ਕਿ ਇਹੋ ਜਿਹੀ ਚੀਜ਼ਾਂ ਪ੍ਰਭਾਵ ਪਾਉਂਦੀਆਂ ਹੋਣਗੀਆਂ। ਹੁਣ ਜੇਕਰ 92 ਜੇਕਰ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਪੰਜਾਬ ਦੇ ਲੋਕਾਂ ਨੇ ਦਿੱਤੇ ਤੇ ਉਹ ਕਿ ਧਰਮ ਜਾਤ ਪਾਤ ਆਧਾਰ ਤੇ ਨਹੀਂ ਦਿੱਤੇ, ਲੋਕਾਂ ਨੇ ਮੁੱਦਿਆਂ ਨੂੰ ਆਧਾਰ ਨੂੰ ਦਿੱਤੇ ਆ। ਸੋ ਕਾਂਗਰਸ ਪਾਰਟੀ ਨੂੰ ਹੁਣ ਚਾਹੀਦਾ ਕਿ ਜੇਕਰ ਵਿਰੋਧੀ ਧਿਰ ਦਾ ਨੇਤਾ ਐਲਾਨਣਾ ਤਾਂ ਉਸ ਵਿਅਕਤੀ ਨੂੰ ਐਲਾਨੇ ਜਿਹੜੇ ਵਾਕਿਆ ਹੀ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਅਹਿਮ ਭੂਮਿਕਾ ਨਿਭਾ ਸਕੇ ਤੇ ਪ੍ਰਧਾਨ ਉਹ ਲਿਖੋ ਕਿ ਜਿਹੜਾ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲ ਸਕੇ। ਜੀ ਬਿਲਕੁਲ ਬਿਲਕੁਲ। ਅਣਖੀ ਸਾਹਿਬ, ਅਸੀਂ ਥੰਬਨੇਲ ਦੇ ਵਿੱਚ ਇਹ ਲਾਈਨ ਲਿਖੀ ਹੋਈ ਆ ਕਿ ਸੋਚ ਸਮਝ ਕੇ ਘਰੋਂ ਬਾਹਰ ਨਿਕਲਿਓ। ਦਰਸ਼ਕਾਂ ਨੂੰ ਇਸ ਦੇ ਸੰਦਰਭ ਦੇ ਵਿੱਚ ਵੀ ਆਪਾਂ ਗੱਲ ਕਰ ਲੈਂਦੇ ਆ। ਇਹ ਇਸ ਕਰਕੇ ਲਿਖੀ ਗਈ ਆ ਕਿਉਂਕਿ ਟ੍ਰੇਡ ਯੂਨੀਅਨਾਂ ਨੇ ਜਿਹੜੀਆਂ, ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੀ ਨੀਤੀਆਂ ਦੇ ਖਿਲਾਫ 2 ਦਿਨ ਦੇ ਲਈ, ਅੱਜ ਤੇ ਕੱਲ ਦੇ ਲਈ ਭਾਰਤ ਬੰਦ ਦਾ ਐਲਾਨ ਕੀਤਾ। ਜਿਹੜੇ ਬੈਂਕ ਨੇ ਉਹਨਾਂ ਨੂੰ ਨਿੱਜੀਕਰਨ ਕਰਨ ਦੇ ਵਿਰੋਧ ਦੇ ਵਿੱਚ ਬੈਂਕ ਮੁਲਾਜ਼ਮ ਨੇ, ਬੈਂਕ ਕਰਮਚਾਰੀ ਨੇ, ਉਹ ਵੀ ਉਹਨਾਂ ਦਾ ਸਾਥ ਦੇ ਰਹੇ ਨੇ। ਤਾਂ 2 ਦਿਨ ਦੇ ਲਈ ਭਾਰਤ ਬੰਦ ਦਾ ਐਲਾਨ ਕੀਤਾ ਗਿਆ। ਤਾਂ ਕੇਂਦਰ ਸਰਕਾਰ ਦੀ ਨੀਤੀਆਂ ਦੀ ਇੱਥੇ ਗੱਲ ਕਰੀਏ ਅਣਖੀ ਸਾਹਿਬ, ਇੱਕ ਤਾਂ ਭਾਰਤ ਬੰਦ ਦੇ ਐਲਾਨ ਦੀ ਗੱਲ ਕਰ ਰਹੇ ਹਾਂ ਆਪਾਂ ਕਿ ਕੇਂਦਰ ਸਰਕਾਰ ਦੀ ਨੀਤੀਆਂ ਦੇ ਖਿਲਾਫ, ਦੂਜੇ ਪਾਸੇ ਕਿਸਾਨ ਦੇਖੀਏ, ਕਿਸਾਨ ਸੜਕਾਂ ਤੇ ਫਿਰ ਤੋਂ ਆ ਗਏ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ। ਤੀਜੇ ਪਾਸੇ ਹੁਣ ਦੇਖੀਏ ਤਾਂ ਕੱਲ ਅਮਿਤ ਸ਼ਾਹ ਚੰਡੀਗੜ੍ਹ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਵੱਡਾ ਇੱਕ ਐਲਾਨ ਕੀਤਾ ਗਿਆ ਕਿ ਜਿਹੜੇ ਰੂਲ ਹੁਣ ਹੋਣਗੇ ਉਹ ਕੇਂਦਰ ਦੇ ਹੋਣਗੇ ਚੰਡੀਗੜ੍ਹ ਦੇ ਵਿੱਚ, ਭਾਵੇਂ ਕਿ ਜਿਵੇਂ ਉਮਰ ਵਰਗ ਦੀ ਗੱਲ ਕਰੀਏ, ਭਰਤੀਆਂ ਦੀ ਗੱਲ ਕਰੀਏ, ਪਰ ਇਸ ਦਾ ਵਿਰੋਧ ਵੱਡੇ ਪੱਧਰ ਤੇ ਹੋਣ ਲੱਗ ਗਿਆ। ਬੀਤੇ ਦਿਨੀ ਸੁਖਪਾਲ ਖਹਿਰਾ ਨੇ ਆਵਾਜ਼ ਉਠਾਈ ਸੀ, ਕਹਿੰਦੇ ਇਹ ਡਾਕਾ ਮਾਰਨਾ ਚਾਹੁੰਦੇ ਨੇ ਪੰਜਾਬ ਦੇ ਹੱਕਾਂ ਦੇ ਉੱਤੇ। ਤਾਂ ਹੁਣ ਅਕਾਲੀ ਦਲ ਵੀ ਖੁੱਲ ਕੇ ਬੋਲਣ ਲੱਗ ਪਿਆ। ਅਕਾਲੀ ਦਲ ਕਹਿੰਦਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੋਂ ਪੰਜਾਬ ਨੂੰ ਵਾਂਝੇ ਕਰਨ ਦੀਆਂ ਸਾਜ਼ਿਸ਼ਾਂ ਨੇ ਕੇਂਦਰ ਦੀਆਂ। ਦੇਖੋ, ਤੁਹਾਡਾ ਬਹੁਤ ਲੰਬਾ ਸਵਾਲ ਆ ਜਿਹਦੇ ਵਿੱਚ ਟ੍ਰੇਡ ਨੂੰ ਭਾਰਤ ਬੰਦ ਦੇ ਸੱਦੇ ਦਾ ਵੀ ਹੈ ਤੇ ਦੂਸਰੇ ਪਾਸੇ ਹਮੇਸ਼ਾ ਦੇ ਬਿਆਨ ਦਾ ਵੀ। ਦੇਖੋ, ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਆਪਣੇ ਜਿਹੜੀਆਂ ਨੀਤੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਵਿਰੋਧ ਤਾਂ ਕੁਦਰਤੀ ਤੌਰ ਤੇ ਟ੍ਰੇਡ ਯੂਨੀਅਨ ਜਾਂ ਹੋਰ ਯੂਨੀਅਨ ਕਰਦੀਆਂ ਨੇ, ਉਸੇ ਤਰੀਕੇ ਨਾਲ ਹੋ ਰਹੀਆਂ। ਉਹਨਾਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ, ਪਰ ਜ਼ਰੂਰੀ ਸੇਵਾਵਾਂ ਜਿਹੜੀਆਂ ਨੇ ਉਹ ਚਾਲੂ ਰਹਿਣਗੇ, ਉਹਨਾਂ ਉੱਤੇ ਕੋਈ ਵੀ ਰੋਕਥਾਮ ਜਿਹੜੀ ਆ ਉਹ ਨਹੀਂ ਹੋਵੇਗੀ। ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਸਾਨਾਂ ਦੇ ਅੰਦੋਲਨ ਦੀ, ਕਿ ਕਿਸਾਨ ਫਿਰ ਅੰਦੋਲਨ ਛੱਡਦੇ ਆ ਗਏ ਨੇ। ਇਮਰਾਨ, ਮੈਨੂੰ ਨਹੀਂ ਲੱਗਦਾ ਕਿ ਹੁਣ ਕਿਸਾਨਾਂ ਨੂੰ ਉਹੋ ਜਿਹਾ ਭਰਵਾਂ ਸਹਿਯੋਗ ਜਿਹੜਾ ਮਿਲੇ ਜਿਹੋ ਜਿਹਾ ਸਹਿਯੋਗ ਅੱਜ ਤੋਂ 2 ਸਾਲ ਪਹਿਲਾਂ ਮਿਲਿਆ ਸੀ। ਕਿਸਾਨਾਂ ਨੇ ਆਪਣਾ ਜਲੂਸ ਜਿਹੜਾ ਨਾ ਇਹਨਾਂ ਚੋਣਾਂ ਦੇ ਵਿੱਚ ਆਪ ਕੱਢ ਲਿਆ। ਇਹ ਜਿਹੜੀਆਂ 22 ਜਥੇਬੰਦੀਆਂ ਮਿਲੀਆਂ ਨੇ, ਇਹਨਾਂ ਵੱਲੋਂ ਜਿਸ ਤਰੀਕੇ ਨਾਲ ਚੋਣ ਲੜੀ ਗਈ ਤੇ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ। ਦੂਜੇ ਪਾਸੇ ਕਿਸਾਨ ਆਗੂਆਂ ਦਾ ਹਰ ਮਸਲੇ ਵਿੱਚ ਦਖਲਅੰਦਾਜ਼ੀ ਕਰਨੀ, ਹਰ ਮਸਲੇ ਦੇ ਵਿੱਚ ਆਪਣੇ ਆਪ ਨੂੰ ਸੁਪਰੀਮ ਸਿੱਧ ਕਰਨਾ, ਉਹ ਉਹਨਾਂ ਦੇ ਪਤਨ ਦਾ ਕਾਰਨ ਜਿਹੜਾ ਬਣਿਆ। ਹੁਣ ਕਿਸਾਨ ਸੜਕਾਂ ਤੇ ਆ ਗਏ ਨੇ, ਠੀਕ ਹੈ, ਸੜਕਾਂ ਦੇ ਵਿਰੋਧ ਕਰਨਾ ਹਰ ਵਿਅਕਤੀ ਦਾ ਹੱਕ ਹੈ, ਕਰੀ ਜਾਏ। ਪਰ ਹਾਂ, ਜੇਕਰ ਲੋਕਾਂ ਦੇ ਰਸਤੇ ਦੇ ਵਿੱਚ ਇਹ ਰੁਕਾਵਟ ਬਣੇ ਤਾਂ ਮੇਰਾ ਨਹੀਂ ਖਿਆਲ ਲੋਕ ਹੁਣ ਇਹਨਾਂ ਨੂੰ ਉਸ ਤਰੀਕੇ ਨਾਲ ਬਰਦਾਸ਼ਤ ਕਰਨਗੇ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਇਹ ਕਰਦੇ ਰਹੇ ਨੇ। ਬਾਕੀ ਵੇਖੋ, ਹਰ ਵਿਅਕਤੀ ਨੂੰ ਇਸ ਲੋਕਤੰਤਰ ਦੇਸ਼ ਵਿੱਚ ਅਧਿਕਾਰ ਹੈਗਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਵੀ ਲਾ ਸਕਦਾ, ਹੜਤਾਲਾਂ ਵੀ ਕਰ ਸਕਦਾ, ਜ਼ਰੂਰ ਕਰ ਸਕਦਾ, ਕਿਉਂ ਨਹੀਂ ਕਰ ਸਕਦਾ, ਕਰੇ। ਬਾਕੀ ਵੇਖੋ, ਇਹ ਅਕਾਲੀਆਂ ਨੂੰ, ਕਾਂਗਰਸ ਨੂੰ ਹਮੇਸ਼ਾ ਲੱਗਦਾ ਕੇਂਦਰ ਸਰਕਾਰ ਜਿਹੜੀ ਪੰਜਾਬ ਦਾ ਵਿਤਕਰਾ ਕਰਦੀ ਆ। ਹਰ ਵਿਅਕਤੀ ਦਾ, ਜਿਹੜੇ ਕਿਸਾਨ ਨੇ ਉਹਨਾਂ ਨੂੰ ਲੱਗਦਾ ਕੇਂਦਰ ਸਰਕਾਰ ਵਿਤਕਰਾ ਕਰਦੀ। ਹੁਣ ਬੰਦਾ ਪੁੱਛੇ ਕਿ ਕੇਂਦਰ ਸਰਕਾਰ ਸਿਰਫ ਵਿਤਕਰਾ ਕਰਨ ਨੂੰ ਹੀ ਆਈ ਹੈ, ਆਖਰ ਉਹ ਵੀ ਭਾਰਤੀ ਸਰਕਾਰ ਹੈਗੀ ਹੈ। ਪਰ ਜਦੋਂ ਅਸੀਂ ਵਿਰੋਧ ਕਰਨਾ ਤਾਂ ਅਸੀਂ ਕਰਨਾ ਹੀ ਕਰਨਾ। ਸਭ ਤੋਂ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਅਮਿਤ ਸ਼ਾਹ ਦਾ, ਕਿ ਜਿਹੜਾ ਰਾਤ ਦੇ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ ਸੀ ਤੇ ਹੁਣ ਦੇ ਪ੍ਰੋਗਰਾਮ 'ਚ ਵੀ ਅਸੀਂ ਡਿਸਕਸ ਕਰ ਰਹੇ ਹਾਂ ਕਿ ਅਕਾਲੀ ਦਲ ਆ ਗਿਆ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ, ਅਸੀਂ ਚੰਡੀਗੜ੍ਹ ਦੇ ਹੱਕਾਂ ਤੇ ਡਾਕਾ ਨਹੀਂ, ਪੰਜਾਬੀਆਂ ਦੇ ਹੱਕਾਂ ਤੇ ਡਾਕਾ ਨਹੀਂ ਮਾਰ ਦਾਂਗੇ। ਸੁਖਪਾਲ ਖਹਿਰਾ ਵੀ ਕਹਿ ਰਿਹਾ ਹੁਣ ਬਈਏ ਭਰਤੀ ਹੋਣਗੇ ਬਿਹਾਰ ਦੇ। ਇਹ ਵਿਅਕਤੀ ਠੀਕ ਆ, ਆਲੋਚਨਾ ਕੇਂਦਰ ਸਰਕਾਰ ਦੀ ਕਰ ਰਹੀ ਹੈ। ਕੇਂਦਰ ਸਰਕਾਰ, ਅਮਿਤ ਸ਼ਾਹ ਨੇ ਇੰਨੀ ਗੱਲ ਕਹਿ ਦਿੱਤੀ ਕਿ ਚੰਡੀਗੜ੍ਹ 'ਚ ਕੇਂਦਰ ਦੇ ਕਾਨੂੰਨ ਦੇ ਲਾਗੂ ਹੋਣਗੇ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਅਸੀਂ ਏਦਾਂ ਨਹੀਂ ਹੋਣ ਦੇਣਾ। 10 ਸਾਲ ਅਕਾਲੀ ਦੀ ਸਰਕਾਰ ਰਹੀ ਆ ਭਾਜਪਾ ਦੇ ਨਾਲ, ਉਦੋਂ ਤੱਕ ਕਦੇ ਵੀ ਅਕਾਲੀ ਦਲ ਨੇ ਚੰਡੀਗੜ੍ਹ ਪੰਜਾਬ ਭਾਰਤੀ ਜਨਤਾ ਪਾਰਟੀ ਕੋ ਜਾਂ ਕੇਂਦਰ ਸਰਕਾਰ ਕੋ ਨਹੀਂ ਮੰਗਿਆ, ਇਹਨਾਂ ਦੀ ਆਪਣੀ ਸਰਕਾਰ ਸੀ। ਦੂਜੇ ਪਾਸੇ ਕਾਂਗਰਸ ਦੀ ਸਰਕਾਰ ਹੀ ਹੈ, ਕਾਂਗਰਸ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਨਾਲ ਬੜੇ ਵਧੀਆ ਸੰਬੰਧ ਰਹੇ ਆ, ਕਦੇ ਇਹੋ ਜਿਹੇ ਮੁੱਦੇ ਦੀ ਗੱਲ ਨਹੀਂ ਹੋਈ। ਸਭ ਤੋਂ ਵੱਡੀ ਗੱਲ ਜਿਹੜੀ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਇਹ ਪਾਰਟੀਆਂ, ਕਿ ਚੰਡੀਗੜ੍ਹ ਕੇਵਲ ਸਿਰਫ ਪੰਜਾਬ ਦੀ ਰਾਜਧਾਨੀ ਨਹੀਂ ਹੈਗਾ, ਚੰਡੀਗੜ੍ਹ ਹਰਿਆਣੇ ਦੀ ਰਾਜਧਾਨੀ ਵੀ ਹੈ ਤੇ ਚੰਡੀਗੜ੍ਹ ਇਸ ਵੇਲੇ ਯੂਨਿਟਰੀ ਟੈਰੀਟਰੀ ਹੈ, ਕੇਂਦਰ ਸਰਕਾਰ ਦੇ ਅਧੀਨ ਚੱਲਦਾ। ਉੱਥੇ ਜਿਹੜਾ ਪ੍ਰਸ਼ਾਸਕ ਆ ਉਹ ਕੇਂਦਰ ਸਰਕਾਰ ਵੱਲੋਂ ਲਾਇਆ ਹੋਇਆ।
ਉਹਦੇ ਉੱਤੇ ਚੰਡੀਗੜ੍ਹ ਉੱਤੇ ਜਿੰਨਾ ਹੱਕ ਪੰਜਾਬ ਦਾ ਉਹਨਾਂ ਹਰਿਆਣੇ ਦਾ ਔਰ ਸਭ ਤੋਂ ਜ਼ਿਆਦਾ ਜਿਹੜਾ ਉਹ ਕੇਂਦਰ ਸਰਕਾਰ ਦੇ ਅਨੁਸਾਰ ਚੱਲਦਾ। ਇਹਦੇ ਵਿੱਚ ਬੰਦਾ ਪੁੱਛਿਆ ਕਿ ਕੇਂਦਰ ਸਰਕਾਰ ਨੇ ਕਿਹੜੀ ਨਵੀਂ ਗੱਲ ਆਣ ਕੇ ਕਹਿ ਦਿੱਤੀ, ਅਮਿਤ ਸ਼ਾਹ ਨੇ ਕੀ ਨਵਾਂ ਕਹਿ ਦਿੱਤਾ ਕਿ ਕੇਂਦਰ ਦੇ ਕਾਨੂੰਨ ਉੱਥੇ ਲਾਗੂ ਹੋਣਗੇ। ਬਿਲਕੁਲ ਕੇਂਦਰ ਦੇ ਕਾਨੂੰਨ, ਕਿਉਂਕਿ ਉਹ ਯੂਨਿਟੀ ਟੈਰੀਟਰੀ ਹੈ। ਜੇਕਰ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਰੱਦ ਕਰਕੇ ਉਹਨੂੰ ਯੂਟੀ ਬਣਾਇਆ ਜਾ ਸਕਦਾ ਤੇ ਉੱਥੇ ਕੇਂਦਰ ਸਰਕਾਰ ਦੇ ਕਾਨੂੰਨ ਲਾਗੂ ਹੁੰਦੇ ਆ, ਤੇ ਚੰਡੀਗੜ੍ਹ 'ਚ ਤਾਂ ਪਹਿਲਾਂ ਹੀ ਹੋ ਰਹੇ ਆ। ਇਹ ਕੇਵਲ ਅਕਾਲੀ ਦਲ ਲੋਕਾਂ ਨੂੰ ਜਾਂ ਸੁਖਪਾਲ ਸਿੰਘ ਖਹਿਰੇ ਵਰਗਾ ਬੰਦਾ ਜਿਹਨੇ ਵਿਰੋਧੀ ਧਿਰ ਦੀ ਨੇਤਾ ਜਿਹਨੇ ਮਤਲਬ ਬੋਲਣਾ ਹੀ ਬੋਲਣਾ ਕਿ ਹਾਂ ਵੀ ਮੈਂ ਇਹ ਮੁੱਦੇ ਹਾਸਲ ਕਰਕੇ ਰੌਲਾ ਪਾਉਣਾ, ਉਸੇ ਤਰ੍ਹਾਂ ਅਕਾਲੀ ਦਲ ਲੱਗ ਗਿਆ। ਹੁਣ ਚੰਡੀਗੜ੍ਹ 'ਚ ਕਿਹੜਾ ਅਧਿਕਾਰ ਖੇਤਰ ਆ ਕਿ ਜਿੱਥੇ ਚੰਡੀਗੜ੍ਹ ਉੱਤੇ ਪੰਜਾਬ ਦੇ ਰੂਲ ਲਾਗੂ ਹੁੰਦੇ ਆ। ਪੁਲਿਸ ਜਿਹੜੀ ਹੈ ਚੰਡੀਗੜ੍ਹ ਦੀ ਵੱਖਰੀ ਹੈ, ਐਡਮਿਨਿਸਟ੍ਰੇਸ਼ਨ ਪਾਵਰ ਚੰਡੀਗੜ੍ਹ ਦੀ ਵੱਖਰੀ ਆ, ਉਹ ਸਾਰੇ ਸੈਂਟਰ ਨੂੰ ਰਿਪੋਰਟ ਕਰਦੇ ਨੇ। ਤਾਂ ਕੁਦਰਤੀ ਤੌਰ ਤੇ ਜੇਕਰ ਸੈਂਟਰ ਨੂੰ ਰਿਪੋਰਟ ਕਰਦੇ ਆ ਤਾਂ ਉੱਥੇ ਕੇਂਦਰ ਦੇ ਕਾਨੂੰਨ ਲਾਗੂ ਹੋਣਗੇ। ਈਵਨ ਕਿ ਪੀਜੀਆਈ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੇਸ਼ੱਕ ਉਹ ਵੀ ਸੈਂਟਰ ਦਾ ਵਾਈਸ ਜਿਹੜਾ ਵੀਸੀ ਹੈ ਚਾਂਸਲਰ ਜਿਹੜਾ ਉਹ ਉੱਥੋਂ ਦਾ ਰਾਸ਼ਟਰਪਤੀ, ਆਪਣੇ ਭਾਰਤ ਦੇ ਰਾਸ਼ਟਰਪਤੀ ਨੇ ਉੱਥੋਂ ਦੇ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ, ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਦੀ ਗੱਲ ਕਰ ਰਿਹਾ, ਉਹ ਰਾਸ਼ਟਰਪਤੀ ਦੇ ਅਧੀਨ ਹੁੰਦਾ। ਬਾਕੀ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਗਵਰਨਰ ਦੇ ਅਧੀਨ ਹੁੰਦੀਆਂ ਨੇ। ਸੋ ਇਹੋ ਜਿਹੇ ਬਿਆਨ ਕੇਵਲ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਪਿੱਛੇ ਲਾ ਕੇ ਚੰਡੀਗੜ੍ਹ ਦੇ ਹੱਕਾਂ 'ਚ ਡਾਕਾ ਮਾਰਦੇ ਆ। ਚੰਡੀਗੜ੍ਹ ਕੇਂਦਰ ਬੰਦਾ ਪੁੱਛੇ ਕਿ 10 ਸਾਲ 15 ਸਾਲ ਕੇਂਦਰ 'ਚ ਸਰਕਾਰ ਜਿਹੜੀ ਭਾਜਪਾ ਦੀ ਮਾਫ ਕਰਦਾ ਅਕਾਲੀ ਦਲ ਦੀ ਰਹੀ ਹੈ ਪੰਜਾਬ 'ਚ, ਇੱਕ ਵਾਰੀ ਵੀ ਪੰਜਾਬ ਦਾ ਚੰਡੀਗੜ੍ਹ ਦਾ ਮੁੱਦਾ ਇਹਨਾਂ ਨੇ ਉਠਾਇਆ ਕਿ ਚੰਡੀਗੜ੍ਹ ਸਾਨੂੰ ਦੇ ਦਿਓ। ਅਜੀਬ ਲੋਗੋ ਵਾਲਾ ਕਾਰਡ ਚੱਲਦਾ ਉਦੋਂ ਵੀ ਚੰਡੀਗੜ੍ਹ ਦੀ ਮਿਲਿਆ। ਤੇ ਜੇਕਰ ਚੰਡੀਗੜ੍ਹ ਹੈ ਤਾਂ ਉਹ ਤਾਂ ਹੀ ਚੰਡੀਗੜ੍ਹ ਆ ਕਿ ਜੇਕਰ ਉਹ ਅਜੇ ਤੱਕ ਪੰਜਾਬ ਨੂੰ ਨਹੀਂ ਮਿਲਿਆ। ਜੇਕਰ ਪੰਜਾਬ ਨੂੰ ਅੱਜ ਤੱਕ ਚੰਡੀਗੜ੍ਹ ਮਿਲ ਗਿਆ ਹੁੰਦਾ ਨਾ ਤੇ ਚੰਡੀਗੜ੍ਹ ਦਾ ਵੀ ਹਾਲ ਲੁਧਿਆਣੇ ਵਰਗਾ ਹੋਇਆ ਹੁੰਦਾ। ਉੱਥੋਂ ਵੀ ਕਲੋਨੀਆਂ ਕੱਟ ਕੇ ਜਿਹੜੀਆਂ ਖਾਲੀ ਥਾਵਾਂ ਨੇ ਅਕਾਲੀ ਆ ਜਿਹੜੇ ਵਿਧਾਇਕ ਨੇ ਕਿਸੇ ਵੀ ਪਾਰਟੀ ਦੇ ਵਿੱਚ ਦਿੱਤੇ ਹੁੰਦੇ, ਉੱਥੇ ਵੀ ਸੜਕਾਂ ਤੇ ਟਰੈਕਟਰ ਟਰਾਲੀ ਘੁੰਮਦੇ ਹੁੰਦੇ। ਚੰਡੀਗੜ੍ਹ ਦਾ ਹਾਲ ਵੀ ਪੰਜਾਬ ਦੇ ਇਹਨਾਂ ਦੇ ਪਿੰਡਾਂ ਵਰਗਾ ਬਣਾ ਦੇਣਾ ਸੀ। ਜਿਸ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਰਹੀ ਹੈ ਜਾਂ ਜੋ ਵੀ ਰਹੀ, ਚੰਡੀਗੜ੍ਹ ਦੀ ਖੂਬਸੂਰਤੀ ਇਸੇ ਕਰਕੇ ਹੀ ਹੈ ਕਿ ਉਹ ਚੰਡੀਗੜ੍ਹ ਆ, ਉਹ ਕਿਸੇ ਰਾਜ ਦੀ ਰਾਜਧਾਨੀ ਚਲੋ ਉਹ ਹੈਗਾ ਪਰ ਕਿਸੇ ਰਾਜ ਦਾ ਸਿੱਧਾ ਅਧਿਕਾਰ ਉਹਦੇ ਉੱਤੇ ਨਹੀਂ ਹੈ, ਉਹ ਕੇਂਦਰ ਦੇ ਅਧੀਨ ਆ। ਤਾਂ ਹੀ ਚੰਡੀਗੜ੍ਹ ਕਰਕੇ ਉਹ ਖੂਬਸੂਰਤੀ ਉਸਦੀ ਹੈ। ਜੇਕਰ ਪੰਜਾਬ ਦੇ ਅਧੀਨ ਪੰਜਾਬ ਦੀਆਂ ਸਰਕਾਰਾਂ ਦੇ ਅਧੀਨ ਆ ਗਿਆ ਹੁੰਦਾ ਤਾਂ ਹੁਣ ਤੱਕ ਚੰਡੀਗੜ੍ਹ ਦਾ ਮਰੀਆ ਮਿਟ ਹੋ ਗਿਆ ਹੁੰਦਾ। ਜੀ ਬਿਲਕੁਲ। ਅਣਖੀ ਸਾਹਿਬ, ਗੱਲ ਕੀਤੀ ਜਾਵੇ ਜਿਹੜੇ ਹੁਣ ਡੇਰਾ ਸੱਚਾ ਸੌਦਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਪਰ ਉਹ ਚਿੱਠੀ ਤੋਂ ਬਾਅਦ ਹੁਣ ਇਹ ਕਿਆਸਰਾਈਆਂ ਵੱਧ ਗਈਆਂ ਕਿ ਡੇਰੇ ਨੂੰ ਹੁਣ ਨਵਾਂ ਮੁਖੀ ਮਿਲਣ ਜਾ ਰਿਹਾ, ਕਿਉਂਕਿ ਉਹ ਚਿੱਠੀ ਦੇ ਵਿੱਚ ਜਿੱਥੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਬੇਅਦਬੀਆਂ ਨਹੀਂ ਕਰਵਾਈਆਂ, ਤੇ ਨਾਲ ਹੀ ਉਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਮੈਨੂੰ ਜੇਲ੍ਹ ਦੇ ਵਿੱਚ ਛੱਡਣ ਦੇ ਲਈ 4 ਵਿਅਕਤੀ ਸੀ, ਤੇ ਹਨੀਪ੍ਰੀਤ ਦਾ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਹਨੀਪ੍ਰੀਤ ਵੀ ਨਾਲ ਸੀ। ਤਾਂ ਹੁਣ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਡੇਰੇ ਦੇ ਅਗਲੇ ਮੁਖੀ ਜਿਹੜੇ ਨੇ ਉਹ ਹਨੀਪ੍ਰੀਤ ਹੋ ਸਕਦੇ ਨੇ। ਹਾਲਾਂਕਿ ਕੁਝ ਵਿਅਕਤੀ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਹੁਣ ਜਿਹੜੇ ਨੇ ਹਾਲੇ ਐਲਾਨ ਨਹੀਂ ਕੀਤਾ ਗਿਆ ਆਫੀਸ਼ੀਅਲੀ ਤੌਰ ਦੇ ਉੱਤੇ, ਪਰ ਹੁਣ ਜਿਹੜੇ ਨੇ ਮੁਖੀ ਉਹਨਾਂ ਨੂੰ ਹੀ ਮੰਨਿਆ ਜਾ ਰਿਹਾ। ਕਿਵੇਂ ਦੇਖਦੇ ਹੋ ਇਹ ਚਿੱਠੀ ਤੋਂ ਬਾਅਦ ਇਹਨਾਂ ਦਾ ਨਾਮ ਸਾਹਮਣੇ ਆਉਣਾ? ਕੀ ਲੱਗਦਾ ਵਾਕਈ ਹੀ ਡੇਰੇ ਦੇ ਮੁਖੀ ਹਨੀਪ੍ਰੀਤ ਹੁਣ ਹੋ ਸਕਦੇ ਨੇ? ਦੇਖੋ, ਅਗਰ ਜਿਹੜਾ ਸੱਚਾ ਸੌਦਾ ਹੈ ਡੇਰਾ, ਉਹਦੇ ਉੱਤੇ ਰਾਮ ਰਹੀਮ ਜਾਣ ਤੋਂ ਬਾਅਦ ਕਈ ਧੜੇ ਉਹਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਆ। ਇੱਕ ਤਾਂ ਹਨੀਪ੍ਰੀਤ ਦਾ ਧੜਾ ਹੈ, ਇੱਕ ਹੋਰ ਜਿਹੜੀ ਇਨਸਾਨ ਇੱਕ ਲੜਕੀ ਦਾ ਨਾਮ, ਉਹਦਾ ਨਾਮ ਯਾਦ ਨਹੀਂ, ਉਹਦਾ ਧੜਾ ਵੀ ਬਹੁਤ ਉੱਥੇ ਐਕਟਿਵ ਹੈ। ਤੇ ਰਾਮ ਰਹੀਮ ਦਾ ਟੱਬਰ ਜਿਹੜਾ ਇਸ ਵੇਲੇ ਪਰਿਵਾਰ ਵਿਦੇਸ਼ ਵਿੱਚ ਸੈਟਲ ਹੋਣ ਨੂੰ ਸੋਚਦਾ ਪਿਆ। ਤਾਂ ਇਸ ਗੱਲ ਦਾ ਉਸ ਗੱਲ ਨੂੰ ਰਾਮ ਰਹੀਮ ਨੂੰ ਵੀ ਪਤਾ ਕਿ ਉਸਦਾ ਹੁਣ ਜੇਲ੍ਹ ਚੋਂ ਬਾਹਰ ਆਉਣਾ ਏਡਾ ਸੌਖਾ ਜਿਹੜਾ ਨਹੀਂ ਹੈਗਾ। ਤੇ ਕੁਦਰਤੀ ਤੌਰ ਤੇ ਜਿਹੜੇ ਉਹਦੇ ਇਹਦੇ ਮਤਲਬ ਉਸ ਡੇਰੇ ਦੇ ਪ੍ਰਬੰਧਕ ਨੇ, ਉਹਨਾਂ ਨੂੰ ਵੀ ਪਤਾ ਕਿ ਹੁਣ ਡੇਰਾ ਮੁਖੀ ਨੇ ਇੰਨੀ ਜਲਦੀ ਬਾਹਰ ਆਉਣ ਨੇ ਕਾਨੂੰਨੀ ਪੇਚੀਦਗੀਆਂ ਦੇ ਵਿੱਚੋਂ ਫਸਿਆ ਗਿਆ। ਜੇ ਤਾਂ ਪੰਜਾਬ ਦੇ ਵਿੱਚ ਉਹਦੇ ਬਾਹਰ ਆਉਣ ਦੇ ਨਾਲ ਕੋਈ ਫਰਕ ਪਿਆ ਹੁੰਦਾ, ਭਾਜਪਾ ਦੀ ਸਰਕਾਰ ਬਣਦੀ, ਫਿਰ ਤਾਂ ਹੋ ਸਕਦਾ ਸੀ ਕਿ ਭਾਜਪਾ ਕੋਈ ਲੈ ਕੇ ਗਾਂ ਥਾਂ ਤੱਕ ਉਸਨੂੰ ਜੇਲ੍ਹ ਚੋਂ ਬਾਹਰ ਕੱਢ ਲੈਂਦੀ, ਪਰ ਉਸਦਾ ਜਾਦੂ ਚੱਲਿਆ ਨਹੀਂ। ਤਾਂ ਉਹ ਅੰਦਰ ਚਲਾ ਗਿਆ ਦੁਬਾਰਾ, ਤੇ ਡੇਰਾ ਹੁਣ ਫਿਰ ਹਨੀਪ੍ਰੀਤ ਜਾਂ ਬਾਕੀ ਪ੍ਰਬੰਧਕਾਂ ਦੇ ਅਧੀਨ ਹੈ। ਤਾਂ ਹਨੀਪ੍ਰੀਤ ਬੜੇ ਲੰਮੇ ਸਮੇਂ ਤੋਂ ਉਸ ਡੇਰੇ ਨੂੰ ਆਪਰੇਟ ਕਰ ਰਹੀ ਹੈ। ਤਾਂ ਕੁਦਰਤੀ ਤੌਰ ਤੇ ਉਹ ਧੜਾ ਜਿਹੜਾ ਹੈ ਹਨੀਪ੍ਰੀਤ ਦਾ, ਉਹ ਚਾਹੇਗਾ ਕਿ ਡੇਰੇ ਦੀ ਜਿਹੜੀ ਮੁਖੀ ਆ ਉਹ ਜਿਹੜੀ ਆ ਹਨੀਪ੍ਰੀਤ ਬਣੇ। ਸੋ ਇਹਦੇ ਸੰਬੰਧੀ ਜੋੜ ਤੋੜ ਦੀ ਰਣਨੀਤੀ ਹਮੇਸ਼ਾ ਚੱਲਦੀ ਰਹਿੰਦੀ ਹੈ। ਤੇ ਦੇਖੋ, ਮੁਖੀ ਤਾਂ ਇੱਕ ਉਹ ਹੁੰਦਾ ਕਿ ਜਿਹੜਾ ਅਧਿਆਤਮਕ ਵਿਅਕਤੀ ਹੋਵੇ, ਜਿਸ ਬੰਦੇ ਨੇ ਲੋਕਾਂ ਨੂੰ ਮਾਰਗਦਰਸ਼ਕ ਦਿਖਾਉਣਾ। ਜੇ ਹੁਣ ਹਨੀਪ੍ਰੀਤ ਕੱਲ ਨੂੰ ਡੇਰੇ ਦੀ ਮੁਖੀ ਬਣ ਜਾਂਦੀ ਤੇ ਕੀ ਲੋਕਾਂ ਨੂੰ ਨਾਮਦਾਨ ਦੇਵੇਗੀ? ਮੈਨੂੰ ਯਾਦ ਆ ਕਿ ਇੱਕ ਡੇਰਾ ਸੀ ਪੰਜਾਬ ਦਾ ਇੱਕ ਹੋਰ, ਤੇ ਡੇਰੇ ਦੇ ਮੁਖੀ ਦਾ ਆਪਣੇ ਭਣੇਵਿਆਂ ਦਾ ਚੱਕਰ ਪੈ ਗਿਆ। ਤਾਂ ਉਹ ਗੱਦੀ ਦੀ ਗੱਲ ਜਿਹੜੀ ਪਤਾ ਨਹੀਂ ਕਿੰਨੇ ਕਰੋੜਾਂ ਦੇ ਵਿੱਚ ਹੋਈ ਸੀ ਕਿ ਚੱਲ ਇੰਨੇ ਕਰੋੜ ਤੂੰ ਸਾਨੂੰ ਦੇ ਗੱਦੀ ਮੈਂ ਆਪਣੇ ਤੁਸੀਂ ਸਾਂਭ ਲਓ।
ਸੋ ਇਸ ਵੇਲੇ ਇਹ ਰੱਬ ਦਾ ਨਾਮ ਹੀ ਜਿਹੜਾ ਹੈ ਡੇਰਿਆਂ ਦੇ ਮੁਖੀ ਦੇ ਵੀ ਜਿਹੜੀਆਂ ਭੂਮਿਕਾਵਾਂ ਨੇ ਇਹ ਵੀ ਨੋਟਾਂ ਦੀ ਖੇਡ ਅਬਰਾਮ ਬਣ ਚੁੱਕੀ ਆ। ਉੱਥੇ ਹਨੀਪ੍ਰੀਤ ਆਵੇ ਕੋਈ ਆਵੇ ਹੁਣ ਉਹ ਡੇਰਾ ਚੱਲਣਾ ਨਹੀਂ ਆ, ਇਹ ਗੱਲ ਪੱਕੀ ਆ, ਕਿਉਂਕਿ ਡੇਰਾ ਸਾਥ ਦੇਣਾ ਚਾਹਤਾ ਤਾਂ ਜਦੋਂ ਇੱਕ ਸਾਥ ਚਲਾ ਜਾਵੇ ਡੇਰੇ ਫਿਰ ਉੱਜੜ ਜਾਂਦੇ ਆ। ਕਿਉਂਕਿ ਜੇ ਤਾਂ ਜਾਨਸ਼ੀਨ ਆਪਣਾ ਨਿਯੁਕਤ ਕਰ ਜਾਂਦਾ ਰਾਮ ਰਹੀਮ ਤਾਂ ਮੇਰਾ ਤਾਂ ਲੋਕੀ ਸ਼ਾਇਦ ਚੱਲਦੇ ਰਹਿੰਦੇ ਅਧਿਆਤਮਿਕ ਵਿੱਤੀ ਦੀ। ਜੇਕਰ ਹਨੀਪ੍ਰੀਤ ਵਰਗੇ ਡੇਰੇ ਦੇ ਮੁਖੀ ਬਣਦੇ ਆ ਤਾਂ ਠੀਕ ਆ, ਫਿਰ ਜੋ ਵੀ ਹੁੰਦਾ ਅੱਗੇ ਕੀ ਕਹਿਣਾ, ਇਹਦਾ ਉਹਨਾਂ ਦਾ ਆਪਣਾ ਹੁੰਦਾ। ਜੀ ਜੀ ਬਿਲਕੁਲ ਅਣਖੀ ਸਾਹਿਬ, ਤੁਸੀਂ ਕੀਮਤੀ ਸਮਾਂ ਦਿੱਤਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਇਮਰਾਨ। ਸੋ ਉਮੀਦ ਆ ਕਿ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੋਰ ਵੀ ਅਜਿਹੇ ਹੀ ਪ੍ਰੋਗਰਾਮ ਲੈ ਕੇ ਰੂਬਰੂ ਤੁਹਾਡੇ ਹੁੰਦੇ ਰਹਾਂਗੇ ਲਗਾਤਾਰ। ਹੁਣ ਦਿਓ ਇਜਾਜ਼ਤ, ਸਮਾਂ ਹੋ ਚੱਲਿਆ ਇਜਾਜ਼ਤ ਲੈਣ ਦਾ। ਧੰਨਵਾਦ।